ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਇੱਕ ਇਸ ਤਰ੍ਹਾਂ ਦੇ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਸਾਡੀ ਸਭ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਤਾਂ ਬਹੁਤ ਕਰਦਾ ਹੈ, ਪਰ ਅਕਸਰ ਸਾਡੀ ਚਰਚਾ ਦਾ ਵਿਸ਼ਾ ਨਹੀਂ ਬਣ ਪਾਉਂਦਾ। ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਜੀ, ਹੀਰੋਸ਼ੀਮਾ ਦੇ ਵਿੱਚ 75 ਸਾਲ ਪਹਿਲਾਂ ਜਿਹੜਾ ਪਰਮਾਣੂ ਹਮਲਾ ਹੋਇਆ ਸੀ, ਉਹ ਦੂਜੇ ਵਿਸ਼ਵ ਯੁੱਧ ਦੇ ਅੰਤ 'ਚ ਅਮਰੀਕਾ ਨੇ ਕੀਤਾ ਸੀ, ਜੋ ਕਿ ਵਿਸ਼ਵ ਦਾ ਪਹਿਲਾ ਪਰਮਾਣੂ ਹਮਲਾ ਸੀ। ਇਸ ਦੌਰਾਨ ਅਨੇਕਾਂ ਲੋਕਾਂ ਦੀ ਜ਼ਿੰਦਗੀਆਂ ਚਲੀਆਂ ਗਈਆਂ ਸੀ, ਫਿਰ ਵੀ ਲੋਕ ਇਸ ਤੋਂ ਕੁਝ ਸਬਕ ਨਹੀਂ ਲੈ ਰਹੇ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਜਿਹੜਾ ਅਸਲ 'ਚ ਇਤਿਹਾਸਕ ਤੌਰ 'ਤੇ ਲੜਾਈਆਂ ਹੁੰਦੀਆਂ ਸੀ ਦੇਸ਼ਾਂ ਦੇ ਦੌਰਾਨ, ਪਰ ਦੂਜੀ ਸੰਸਾਰ ਸੰਘ ਦੇ ਵੇਲੇ ਇੱਕ ਉਸ 'ਚ ਬਹੁਤ ਵੱਡੀ ਤਬਦੀਲੀ ਹੋਈ, ਕਿਉਂਕਿ ਪਹਿਲੀ ਵਾਰ ਸੀ 6 ਅਗਸਤ ਨੂੰ ਹੀਰੋਸ਼ੀਮਾ ਅਤੇ 9 ਅਗਸਤ ਨੂੰ 1945 ਨੂੰ ਨਾਗਾਸਾਕੀ, ਜਾਪਾਨ ਦੇ ਦੋ ਸ਼ਹਿਰ ਸੀ ਬਹੁਤ ਵੱਡੇ, ਔਰ ਉਹਨਾਂ ਸ਼ਹਿਰਾਂ ਦੇ ਉੱਤੇ ਪਹਿਲੀ ਵਾਰ ਪਰਮਾਣੂ ਬੰਬ ਦਾ ਤਜਰਬਾ ਕੀਤਾ ਗਿਆ, ਔਰ ਜਿਹਦੇ 'ਚ ਲਗਭਗ 3.5 ਲੱਖ ਤੋਂ ਜ਼ਿਆਦਾ ਲੋਕ ਮਰੇ। ਮੌਕੇ ਦੇ ਉੱਤੇ ਹੀ 1,40,000 ਬੰਦਾ ਜਿਹੜਾ ਉਹ ਹੀਰੋਸ਼ੀਮਾ ਦੇ ਵਿੱਚ, 90,000 ਨਾਗਾਸਾਕੀ ਦੇ ਵਿੱਚ ਜਿਹਦੀ ਮੌਤ ਹੋ ਗਈ, ਔਰ ਉਹਦਾ ਅਸਰ ਇਸ ਪੱਧਰ ਦੇ ਉੱਤੇ ਦੇਖਿਆ ਗਿਆ। ਉਦੋਂ ਬਾਅਦ ਲੋਕਾਂ ਦੀਆਂ ਜ਼ਿੰਦਗੀਆਂ 'ਤੇ, ਪੂਰੀ ਜੈਵਿਕ ਜੀਵਨ ਦੇ ਉੱਤੇ ਮਾਸ ਢਲ ਗਿਆ, ਇੰਨੀ ਗਰਮੀ ਫੈਲ ਗਈ, ਹਸਪਤਾਲ ਵੀ ਤਬਾਹ ਹੋ ਗਏ। ਉਸ ਸਮੇਂ ਲੋਕਾਂ ਨੂੰ ਲੋੜ ਹੁੰਦੀ ਹੈ ਕਿਸੇ ਨਾ ਕਿਸੇ ਮੈਡੀਕਲ ਸੁਵਿਧਾ ਦੀ, ਸਹੂਲਤ ਦੀ, ਅਤੇ ਉਹ ਵੀ ਸਾਰੀਆਂ ਤਬਾਹ ਹੋ ਗਈਆਂ। ਮਤਲਬ ਉਸ ਪੱਧਰ ਦੇ ਉੱਤੇ ਇੰਨਾ ਵੱਡਾ ਗੈਰ ਮਨੁੱਖੀ ਕਾਰਾ ਸੀ। ਔਰ ਇਹ ਬੰਬ ਸੁੱਟੇ ਵੀ ਉਦੋਂ ਗਏ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਜਿਹੜੀ ਦੂਜੀ ਸੰਸਾਰ ਜੰਗ ਖਤਮ ਹੋਣ ਵਾਲੀ ਸੀ। ਜਰਮਨ ਪਹਿਲਾਂ ਹੀ ਹੱਥ ਖੜੇ ਕਰ ਗਿਆ ਸੀ, ਜਾਪਾਨ ਨੇ ਵੀ ਇਹੋ ਜਿਹੇ ਸੰਕੇਤ ਦਿੱਤੇ ਸੀ ਕਿ ਅਸੀਂ ਇਸ ਜੰਗ ਤੋਂ ਮਤਲਬ ਪਿੱਛੇ ਹਟਣ ਲਈ ਤਿਆਰ ਹਾਂ ਉਸ ਪੱਧਰ ਦੇ ਉੱਤੇ। ਪਰ ਕਿਉਂਕਿ ਇਹ ਬਣਾਏ ਜਾ ਰਹੇ ਸੀ ਉਸ ਸਮੇਂ ਇੱਕ ਆਪਣੀ ਤਾਕਤ ਦਿਖਾਉਣ ਦੇ ਲਈ, ਇੱਕ ਆਪਣੇ ਹੰਕਾਰ ਦਿਖਾਉਣ ਦੇ ਲਈ, ਇੱਕ ਇਹ ਦੱਸਣ ਦੇ ਲਈ ਕਿ ਅਸੀਂ ਦੁਨੀਆ ਦੇ ਵਿੱਚ ਇੱਕ ਇਸ ਲੈਵਲ ਦੀ ਪਾਵਰ ਬਣ ਚੁੱਕੇ ਹਾਂ, ਇਹੋ ਜਿਹਾ ਬੰਬ ਬਣਾ ਲਿਆ ਜਿਹੜਾ ਤਬਾਹ ਕਰ ਸਕਦਾ ਹੈ। ਇਸ ਕਰਕੇ ਇਹਦੇ ਤਜਰਬੇ ਕੀਤੇ ਗਏ, ਅਤੇ ਇਹਦੇ ਤਜਰਬੇ ਦੇ ਨਾਲ ਦੁਨੀਆ ਪੱਧਰ ਦੇ ਉੱਤੇ ਹਾਹਾਕਾਰ ਮਚ ਗਈ ਕਿ ਜੇ ਇਸ ਲੈਵਲ ਦੀਆਂ ਜੰਗਾਂ ਹੋਣੀਆਂ ਨੇ ਤਾਂ ਕੋਈ ਰਹੂਗਾ ਹੀ ਨਹੀਂ। ਪਰ ਇਹ ਸਾਰੇ ਮਾਹੌਲ ਦੇ ਵਿੱਚ ਵੀ ਉਸ ਸਮੇਂ ਤੋਂ ਲੈ ਕੇ ਲਗਾਤਾਰ ਉੱਥੇ ਇੱਕ ਯਾਦਗਾਰ ਬਣੀ ਹੋਈ ਹੈ। ਲਗਾਤਾਰ ਜਿਹੜੇ ਕੁਝ ਲੋਕ ਬਚੇ, ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਕਈਆਂ ਲੋਕਾਂ ਦੇ ਸਾਹਮਣੇ ਆ ਕੇ ਅੱਜ ਵੀ ਕਹਿ ਰਹੇ ਨੇ, ਜਿਹੜੇ ਕੁਝ ਉਸ ਲੈਵਲ ਦੇ ਬੰਦੇ ਨੇ ਪੀੜਤਾਂ ਦੇ ਵਿੱਚੋਂ, ਕਿ ਇਹ ਜਿਹੜੀ ਦਰਿੰਦਗੀ ਦੇ ਸਵਾਲ ਨੇ, ਜਿਹੜੇ ਮਨੁੱਖਤਾ ਦੇ ਖਿਲਾਫ ਵਾਪਰੇ ਹਾਦਸੇ ਨੇ ਇਸ ਪੱਧਰ ਦੇ ਉੱਤੇ, ਜਾਣੇ ਮਤਲਬ ਅਣਜਾਣੇ ਤਰੀਕੇ ਨਾਲ ਨਹੀਂ, ਇੱਕ ਕੁਦਰਤੀ ਆਫਤ ਨਹੀਂ ਹੈ, ਇਹ ਮੈਨ ਮੇਡ ਇੱਕ ਟ੍ਰੈਜਡੀ ਹੈ, ਘਟਨਾ ਉਸ ਲੈਵਲ ਦੇ ਉੱਤੇ, ਅਤੇ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਇਸੇ ਦੂਜੀ ਸੰਸਾਰ ਜੰਗ ਤੋਂ ਬਾਅਦ ਮਤਲਬ UNO ਬਣਦੀ ਹੈ, ਜਿਹੜੀ ਸੰਯੁਕਤ ਰਾਸ਼ਟਰ ਸੰਘ, ਜਿਹਦੇ 'ਚ ਇਹ ਫੈਸਲਾ ਕੀਤਾ ਗਿਆ ਕਿ ਅੱਗੇ ਨੂੰ ਲੜਾਈਆਂ ਦੀ ਬਜਾਏ ਅਸੀਂ ਆਪਣੇ ਮਾਮਲੇ ਆਪਸ 'ਚ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰਿਆ ਕਰੀਏ। ਪਰ ਦੁਨੀਆ ਨੇ ਸਿੱਖਿਆ ਨਹੀਂ ਇਸ ਤੋਂ, ਉਸ ਤਰੀਕੇ ਦੇ ਨਾਲ ਉਹੋ ਜਿਹਾ ਨਹੀਂ ਹੋਇਆ ਜਿਹੋ ਜਿਹਾ ਇਹ ਉਦੋਂ ਲੱਗ ਰਿਹਾ ਸੀ ਕਿ ਦੁਨੀਆ ਸ਼ਾਇਦ ਸਮਝ ਜਾਏਗੀ। ਇਸੇ ਕਰਕੇ ਜਿਹੜਾ ਬਰਾਕ ਓਬਾਮਾ ਜਦੋਂ ਉੱਥੇ ਗਿਆ, ਬਹੁਤ ਲੰਮੇ ਸਮੇਂ ਬਾਅਦ, ਸ਼ਾਇਦ 60-61 ਸਾਲ ਬਾਅਦ ਕੋਈ ਅਮਰੀਕਨ ਪ੍ਰੈਜ਼ੀਡੈਂਟ ਸੀ ਜਿਹੜਾ ਹੀਰੋਸ਼ੀਮਾ ਦੇ ਉਸ ਸਮਾਰਕ 'ਤੇ ਯਾਦਗਾਰ 'ਤੇ ਗਿਆ। ਉਹਦਾ ਇੱਕ ਕੋਟ ਉਸ ਲੈਵਲ ਦਾ ਅਮਰੀਕਾ ਨੇ, ਹਾਲਾਂਕਿ ਵਿਵਹਾਰ ਉਵੇਂ ਨਹੀਂ ਕੀਤਾ, ਪਰ ਉਹ ਇਹ ਕਹਿ ਰਿਹਾ ਕਿ ਦੁਨੀਆ ਦੀ ਜਿਹੜੀ ਵਿਗਿਆਨਕ ਸਿਆਣਪ ਹੈ, ਉਹਨੇ ਇੱਕ ਇਸ ਲੈਵਲ ਦਾ ਪਰਮਾਣੂ ਬੰਬ ਤਾਂ ਤਿਆਰ ਕਰ ਲਿਆ ਸਾਇੰਸ ਨੇ ਵੀ ਬੜੇ ਵੱਡੇ ਪੱਧਰ 'ਤੇ, ਕਿ ਜਿਹੜਾ ਐਡਾ ਵੱਡਾ ਪ੍ਰਭਾਵ ਰੱਖਦਾ ਹੈ, ਪਰ ਦੁਨੀਆ ਦੀ ਸਮੁੱਚੀ ਜਿਹੜੀ ਸਮਾਜਿਕ ਸਿਆਣਪ ਹੈ, ਅਖਲਾਕੀ ਸਿਆਣਪ ਹੈ, ਉਹ ਅਜੇ ਤੱਕ ਇਹ 'ਤੇ ਸਹਿਮਤੀ ਨਹੀਂ ਪ੍ਰਗਟ ਕਰ ਸਕੀ ਕਿ ਇਹੋ ਜਿਹੇ ਬੰਬਾਂ ਦੀ ਲੋੜ ਕਿਉਂ ਹੈ ਅਤੇ ਇਹਨਾਂ ਨੂੰ ਖਤਮ ਕਿਉਂ ਨਹੀਂ ਕੀਤਾ ਜਾ ਸਕਦਾ। ਅਜੇ ਅਸੀਂ ਅਖਲਾਕੀ ਤੌਰ 'ਤੇ ਉਸ ਸਿਆਣਪ 'ਤੇ ਨਹੀਂ ਪੁੱਜੇ ਕਿਸੇ ਵੀ ਰੂਪ ਦੇ ਵਿੱਚ। ਇਸੇ ਕਰਕੇ ਉਦੋਂ ਬਾਅਦ ਵੀ ਠੰਡੀ ਜੰਗ ਜਾਰੀ ਰਹੀ, ਜਿਹਨੂੰ ਕੋਲਡ ਵਾਰ ਕਹਿੰਦੇ ਨੇ, ਵੀ ਹਥਿਆਰਾਂ ਦੀ ਦੌੜ ਜਾਰੀ ਰਹੀ। ਅਸਲ 'ਚ ਠੰਡੀ ਜੰਗ ਦਾ ਮਤਲਬ ਤਾਂ ਇਹੀ ਹੈ, ਇੱਕ ਪਾਸੇ ਅਮਰੀਕਾ, ਦੂਜੇ ਪਾਸੇ ਸੋਵੀਅਤ ਯੂਨੀਅਨ, ਜਿਹੜਾ ਰੂਸ, ਜਿਹੜਾ ਕਮਿਊਨਿਸਟ ਬਲਾਕ ਦੀ ਅਗਵਾਈ ਕਰਦਾ ਸੀ, ਔਰ ਉਹਨਾਂ ਨੇ ਪਰਮਾਣੂ ਬੰਬ ਵੀ ਜ਼ੋਰਦਾਰ ਤਰੀਕੇ ਨਾਲ ਬਣਾਏ ਅਤੇ ਦੂਸਰੇ ਬੰਬ ਵੀ ਬਣਾਏ, ਦੂਜੇ ਦੇਸ਼ਾਂ ਨੂੰ ਦਿੱਤੇ ਵੀ। ਔਰ ਅੱਜ ਕਿਹਾ ਜਾ ਰਿਹਾ ਕਿ ਅੱਜ ਲਗਭਗ 10 ਦੇਸ਼, ਭਾਰਤ ਅਤੇ ਪਾਕਿਸਤਾਨ ਦੇ ਸਮੇਤ, ਪਰਮਾਣੂ ਤਾਕਤਾਂ ਨੇ। ਪਰਮਾਣੂ ਬੰਬ ਦੇ ਅਸੀਂ ਤਜਰਬੇ ਕਰ ਰਹੇ ਹਾਂ ਅਤੇ ਇੱਕ ਦੂਜੇ ਨੂੰ ਮਾਰਨ ਦਾ ਸਮਾਨ ਇਕੱਠਾ ਕਰ ਰਹੇ ਹਾਂ। ਇਹਦਾ ਕੰਮ ਕੇਵਲ ਇੰਨੇ ਨਾਲ ਹੀ ਨਹੀਂ ਹੈ ਕਿ ਇਹ ਜਦੋਂ ਚੱਲਦਾ ਉਦੋਂ ਤਬਾਹੀ ਕਰਦਾ। ਔਰ ਹੁਣ ਇਹ ਕਿਹਾ ਜਾ ਰਿਹਾ ਕਿ ਦੁਨੀਆ ਇਸ ਤਬਾਹੀ 'ਤੇ ਖੜੀ ਹੈ। ਜਿਹੜਾ ਹੁਣ ਦਾ ਹੀ ਜਿਹੜਾ ਮੌਜੂਦਾ UNO ਦੇ ਸੈਕਟਰੀ ਜਨਰਲ ਨੇ, ਜਿਹੜਾ ਉਹਨਾਂ ਨੇ ਸੁਨੇਹਾ ਦਿੱਤਾ ਹੈ ਇਸ ਮਾਮਲੇ ਦੇ ਉੱਤੇ, ਅੱਜ ਦੀ 75ਵੀਂ ਵਰ੍ਹੇਗੰਢ ਦੇ ਉੱਤੇ,
ਉਹਨਾਂ ਦਾ ਕਹਿਣਾ ਕਿ ਦੁਨੀਆ ਨੂੰ ਪਰਮਾਣੂ ਬੰਬ ਦੇ ਖਤਰੇ ਤੋਂ ਨਿਜਾਤ ਦਿਵਾਉਣ ਦੇ ਵਾਸਤੇ ਇੱਕੋ ਇੱਕ ਰਾਹ ਹੈ ਕਿ ਇਹਨਾਂ ਬੰਬਾਂ ਨੂੰ ਖਤਮ ਕੀਤਾ ਜਾਏ। ਔਰ ਇਹ ਜਾਣਬੁੱਝ ਕੇ ਵੀ ਸੁੱਟੇ ਜਾ ਸਕਦੇ ਨੇ, ਕਿਸੇ ਤੇ ਖਤਰੇ ਦੇ ਕਾਰਨ ਬਣ ਸਕਦੇ ਨੇ। ਇਹ ਦੁਰਘਟਨਾ ਬਸ ਵੀ ਅਣਜਾਣੇਪਨ 'ਚ ਵੀ ਮਤਲਬ ਐਕਸੀਡੈਂਟਲ ਰੂਪ ਦੇ ਵਿੱਚ ਵੀ ਬਣ ਸਕਦੇ ਨੇ। ਇਹ ਕਿਸੇ ਗਲਤ ਪਰਸੈਪਸ਼ਨ, ਗਲਤ ਧਾਰਨਾ, ਕੈਲਕੂਲੇਸ਼ਨਾਂ ਗਲਤ ਹੋ ਜਾਣ ਤਾਂ ਵੀ ਤਬਾਹੀ ਦਾ ਕਾਰਨ ਬਣ ਸਕਦੇ ਨੇ। ਮਤਲਬ ਤਾਂ ਤਬਾਹੀ ਦਾ ਕਾਰਨ ਹੈ। ਦੁਨੀਆ 105 ਅਰਬ ਡਾਲਰ ਇਹਨਾਂ ਪਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਤੇ ਖਰਚ ਕਰ ਰਹੀ ਹੈ ਸਾਲ ਦੇ, ਤੇ ਅਜੇ ਉਹਨਾਂ ਨੂੰ ਰੱਖਣ ਤੇ ਖਰਚ ਕਰ ਰਹੀ ਹੈ। ਔਰ ਇਹ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਹੈ ਕਿ ਮਨੁੱਖਤਾ ਦੇ ਖਿਲਾਫ, ਹਾਲਾਂਕਿ ਸਾਰੇ ਧਰਮ ਇਹ ਕਹਿ ਰਹੇ ਨੇ ਕੋਈ ਸਰਬੱਤ ਦਾ ਭਲਾ, ਕੋਈ ਵਾਸੂਦੇਵ ਕੁਟੁੰਬਕਮ, ਕੋਈ ਕਿਸੇ ਟਾਈਪ ਦਾ, ਦੁਨੀਆ ਦਾ ਸਾਰੇ ਇੱਕੋ ਜਿਹੇ ਨੇ, ਸਾਰਿਆਂ ਨੂੰ ਮਾਰਨ ਦੀ ਲੋੜ ਹੋਣੀ ਹੈ ਔਰ ਸਾਰੀ ਦੁਨੀਆ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ। ਪਰ ਉਹਦੇ ਬਾਵਜੂਦ ਜਿਹੜੇ ਹੁਕਮਰਾਨ ਨੇ ਤਾਂ ਇਸ ਲੈਵਲ ਦੇ ਬੰਬ, ਇਸ ਲੈਵਲ ਦੀਆਂ ਚੀਜ਼ਾਂ। ਔਰ ਇੱਥੇ MC ਭਾਰਦਵਾਜ ਇੱਕ ਹੁੰਦੇ ਸੀ, ਉਦੋਂ ਪਹਿਲਾਂ ਅੰਗਰੇਜ਼ੀ 'ਚ ਇੱਕ ਕਿਤਾਬ ਆਈ ਸੀ ਤੇ ਉਹਨਾਂ ਨੇ ਉਹਦੇ ਟਾਈਟਲ ਦੇ ਨਾਲ ਮੇਲ ਖਾਂਦੀ ਉਦੋਂ ਇੱਕ ਕਿਤਾਬ ਲਿਖੀ ਸੀ, ਬੰਬ ਜਾਂ ਰੋਟੀ, ਕਿ ਦੁਨੀਆ ਪੱਧਰ ਤੇ ਬੰਬ ਚਾਹੀਦਾ ਲੋਕਾਂ ਨੂੰ, ਹਥਿਆਰ ਚਾਹੀਦੇ ਨੇ ਜਾਂ ਰੋਟੀ ਚਾਹੀਦੀ ਹੈ। ਔਰ ਇਸ ਸਮੇਂ ਦੇ ਵਿੱਚ ਵੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, 47 ਕਰੋੜ ਬੰਦਾ ਬੇਰੁਜ਼ਗਾਰ ਹੈ। ILO ਦੀ ਇੱਕ ਰਿਪੋਰਟ ਦੇ ਮੁਤਾਬਕ ਇਸ ਦੁਨੀਆ ਦੇ ਵਿੱਚ ਜਿਹੜਾ ਰੁਜ਼ਗਾਰ ਲੱਭਦਾ ਉਸ ਪੱਧਰ ਦੇ ਉੱਤੇ, ਔਰ 18 ਕਰੋੜ ਤੋਂ ਵੱਧ ਬੰਦਾ ਜਿਹੜਾ ਕਿਸੇ ਨਾ ਕਿਸੇ ਬਲਕਿ ਜਿਹੜਾ ਜਮਾਂ ਹੀ ਪੂਰੀ ਤਰ੍ਹਾਂ ਭੁੱਖਮਰੀ ਦੀ ਸ਼ਿਕਾਰ ਹੈ, ਜਿਹਨੂੰ ਰੋਟੀ ਮਿਲਦੀ ਹੋਣੀ ਹੈ। ਵੈਸੇ ਤਾਂ 80 ਕਰੋੜ ਤੋਂ ਜ਼ਿਆਦਾ, 85 ਕਰੋੜ ਦੇ ਕਰੀਬ ਇਹੋ ਜਿਹਾ ਬੰਦਾ ਹੈ ਜਿਹੜਾ ਦੋ ਡੰਗ ਦੀ ਰੋਟੀ ਨੂੰ ਤਰਸ ਰਿਹਾ, ਜਿਹਨੂੰ ਰੋਟੀ ਨਹੀਂ ਮਿਲ ਰਹੀ ਕਿਸੇ ਵੀ ਤਰ੍ਹਾਂ ਦੇ ਮਾਮਲੇ ਦੇ ਵਿੱਚ। ਔਰ ਇਹ ਬਹੁਤ ਵੱਡੇ ਮਾਮਲੇ ਨੇ ਦੁਨੀਆ ਦੇ ਪੱਧਰ ਦੇ ਉੱਤੇ ਕਿ ਤੁਹਾਡੀ ਤਰਜੀਹ ਕੀ ਹੈ। ਤੁਹਾਡੀ ਤਰਜੀਹ ਲੋਕਾਂ ਨੂੰ ਰੋਟੀ ਦੇਣਾ ਹੈ, ਤੁਹਾਡੀ ਤਰਜੀਹ ਲੋਕਾਂ ਨੂੰ ਰੁਜ਼ਗਾਰ ਦੇਣਾ ਹੈ, ਤੁਹਾਡੀ ਤਰਜੀਹ ਲੋਕਾਂ ਨੂੰ ਮਤਲਬ ਬਿਹਤਰ ਚੰਗਾ ਸਹੂਲਤਾਂ ਵਾਲਾ ਕੋਈ ਜੀਵਨ ਦੇਣਾ ਹੈ, ਜਾਂ ਤੁਹਾਡੀ ਤਰਜੀਹ ਕੁਦਰਤ ਨੂੰ, ਮਨੁੱਖ ਨੂੰ ਬਰਬਾਦ ਕਰਨਾ ਹੈ, ਜਾਂ ਬਰਬਾਦ ਕਰਕੇ ਉਹਨੂੰ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਰੱਖਣਾ ਹੈ। ਇਹ ਰਸਤੇ ਦਾ ਸਵਾਲ ਹੈ ਉਸ ਪੱਧਰ ਦੇ ਉੱਤੇ ਜਿਹੜਾ ਇਹ ਸੋਚਿਆ ਜਾ ਰਿਹਾ ਲਗਾਤਾਰ। ਔਰ ਇਹਦੇ ਤੇ ਦੁਨੀਆ ਪੱਧਰ ਤੇ ਵੀ ਆਵਾਜ਼ ਵੀ ਉੱਠਦੀ ਹੈ। ਜਿਹੜੇ ਪੀਸ ਐਕਟਿਵਿਸਟ ਨੇ, ਅਮਨ ਸ਼ਾਂਤੀ ਦੀ ਗੱਲ ਸ਼ੁਰੂ ਤੋਂ ਕਰਦੇ ਨੇ, ਪਰਮਾਣੂ ਹਥਿਆਰਾਂ ਦੇ ਖਾਤਮੇ ਦੀ ਗੱਲ ਕਰਦੇ ਨੇ, ਨਿਸ਼ਸਤਰੀਕਰਨ ਦੀ ਗੱਲ ਕਰਦੇ ਨੇ, ਪਰ ਉਹ ਆਵਾਜ਼ ਅਜੇ ਦੁਨੀਆ ਦੀ ਲੋਕ ਰਾਏ ਦਾ ਉੱਡਾ ਵੱਡਾ ਹਿੱਸਾ ਨਹੀਂ ਬਣੀ ਜਿੱਡਾ ਵੱਡਾ ਹਿੱਸਾ ਬਣਨਾ ਚਾਹੀਦਾ, ਕਿਉਂਕਿ ਹਰ ਇੱਕ ਬੰਦੇ ਦੇ ਜੀਵਨ ਦਾ ਸਵਾਲ ਹੈ। ਇੱਕ ਜਹਾਜ਼ ਖਰੀਦਣ 'ਤੇ ਜਿੰਨਾ ਖਰਚ ਆਉਂਦਾ ਹੈ, ਪਤਾ ਨਹੀਂ ਉਹਦੇ ਨਾਲ ਕਿੰਨੇ ਸਕੂਲ ਚੱਲ ਜਾਣਗੇ ਔਰ ਕਿੰਨੇ ਲੋਕਾਂ ਨੂੰ ਉਹਦੇ ਨਾਲ ਮਤਲਬ ਰੋਟੀ ਦਿੱਤੀ ਜਾ ਸਕਦੀ ਹੈ, ਕਿੰਨੇ ਲੋਕਾਂ ਦੀ ਭੁੱਖ ਮਿਟਾਈ ਜਾ ਸਕਦੀ ਹੈ। ਔਰ ਅਸੀਂ ਹਿੰਦੁਸਤਾਨ ਵਰਗੇ ਦੇਸ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੀ ਲਗਭਗ 39,000 ਕਰੋੜ ਰੁਪਏ ਦਾ ਸੌਦਾ ਕੀਤਾ ਹੈ। ਅੱਜ ਜਦੋਂ ਰਾਫੇਲ ਆਇਆ ਸਾਡੇ ਤੋਂ ਇੰਨੇ ਜਸ਼ਨ ਮਨਾਏ ਨੇ ਇਸ ਦੇਸ਼ ਦੇ ਵਿੱਚ, ਪਰ ਜਿਹੜੇ ਬੰਦਾ ਹਜ਼ਾਰਾਂ ਬੰਦਾ ਭੁੱਖ ਨਾਲ ਮਰ ਰਿਹਾ ਹੈ, ਲੱਖਾਂ ਬੰਦਾ ਬਿਲਾ ਇਲਾਜ ਮਰ ਰਿਹਾ ਹੈ ਔਰ ਉਹ ਬਿਨਾਂ ਰੋਜੀ ਰੋਟੀ ਤੋਂ ਮਰ ਰਿਹਾ ਹੈ, ਉਹਦੇ 'ਤੇ ਕਦੇ ਸੋਗ ਨਹੀਂ ਉਸ ਲੈਵਲ 'ਤੇ ਅਸੀਂ ਮਨਾਉਂਦੇ ਕਿ ਸਾਡੇ ਕੋਲ ਕਿੱਥੇ ਗਿਆ ਸਾਡਾ ਉਹ ਅਪਰੋਚ ਜਿਹੜੀ ਹਿਊਮਨਟੇਰੀਅਨ ਹੈ, ਜਿਹੜੀ ਇਨਸਾਨੀਅਤ ਦੀ ਗੱਲ ਕਰਦੀ ਹੈ। ਹਮੀਰ ਜੀ, ਮੈਂ ਵਿੱਚ ਹੀ ਰੋਕਣਾ ਚਾਹਾਂਗਾ ਤੁਹਾਨੂੰ। ਜੇ ਉਸ ਪਰਮਾਣੂ ਹਮਲੇ ਦੌਰਾਨ ਇੰਨੇ ਲੋਕਾਂ ਦੀ ਜਾਨਾਂ ਗਈਆਂ, ਇੰਨਾ ਨੁਕਸਾਨ ਹੋਇਆ, ਉਸ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਵੱਖ-ਵੱਖ ਦੇਸ਼ ਹਥਿਆਰ ਬਣਾਉਣ ਦੀ ਦੌੜ 'ਚ ਲੱਗੇ ਹੋਏ ਨੇ। ਕੋਈ ਇੱਕ ਤੋਂ ਇੱਕ ਵੱਧ ਕੇ ਹਥਿਆਰ ਬਣਾ ਰਿਹਾ, ਜਿਵੇਂ ਭਾਰਤ ਵੀ ਹੁਣ ਰਫੇਲ ਲੈ ਕੇ ਆਇਆ, ਇਸ ਤਰ੍ਹਾਂ ਦੇ ਹਥਿਆਰਾਂ ਦੇ ਪਿੱਛੇ ਲੱਗੇ ਗਏ ਨੇ। ਇਹ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੇ? ਇਹਦੇ ਪਿੱਛੇ ਅਸਲ 'ਚ ਸੋਚ ਪ੍ਰਣਾਲੀ ਹੀ ਹੁੰਦੀ ਹੈ। ਕਦੇ ਤਾਂ ਕਹਿੰਦੇ ਸੀ ਵੀ ਇਹ ਰਿਆਸਤੀ ਰਾਜ ਨੇ ਜੀ, ਇਹ ਨੇਸ਼ਨ ਸਟੇਟਸ ਨੇ ਜੀ। ਅੱਜ ਕੱਲ੍ਹ ਸਾਰੇ ਇਹ ਮੰਨਦੇ ਨੇ ਕਿ ਦੁਨੀਆ ਅੰਤਰ ਨਿਰਭਰ ਹੋ ਗਈ ਹੈ। ਦੁਨੀਆ ਅੰਤਰ ਨਿਰਭਰ ਕੇਵਲ ਟੈਕਨੋਲੋਜੀ ਕਰਕੇ ਨਹੀਂ ਹੋ ਗਈ ਹੈ ਕਿ ਅਸੀਂ ਸਕਿੰਟਾਂ 'ਚ ਇੱਕ ਦੂਜੇ ਨਾਲ ਗੱਲ ਕਰਦੇ ਹਾਂ। ਹੁਣ ਫਿਜ਼ੀਕਲੀ ਵੀ ਸਾਰੇ ਦੇਸ਼ਾਂ ਦੇ ਲੋਕ ਇੱਕ ਦੂਜੇ ਦੇਸ਼ਾਂ ਦੇ ਵਿੱਚ ਬੈਠੇ ਨੇ, ਇੱਕ ਦੂਜੇ 'ਚ ਜਾ ਕੇ ਰੋਜੀ ਰੋਟੀ ਕਮਾ ਰਹੇ ਨੇ। ਔਰ ਖ਼ਾਸ ਤੌਰ 'ਤੇ ਕਾਰਪੋਰੇਟ ਵਰਲਡ ਤਾਂ ਇਹ ਕਹਿੰਦਾ ਕਿ ਪੂੰਜੀ ਟਰੈਵਲ ਕਰਨ ਦਾ ਰਾਈਟ ਸਾਰੇ ਕਿਤੇ ਹੋਣਾ ਚਾਹੀਦਾ। ਪਰ ਇਹਦੇ ਬਾਵਜੂਦ ਇੱਕ ਦੁਨੀਆ ਦੇ ਵਿੱਚ ਇੱਕ ਉਲਟੇ ਪੈਰੀਂ ਇੱਕ ਚੀਜ਼ ਵੀ ਚੱਲ ਰਹੀ ਹੈ। ਦੁਨੀਆ ਭਰ ਦੇ ਵਿੱਚ ਇੱਕ ਟ੍ਰੈਂਡ ਨਵਾਂ ਚੱਲ ਰਿਹਾ ਕਿ ਜਿਹੜਾ ਅੰਧ ਰਾਸ਼ਟਰਵਾਦ ਦਾ, ਜਿਹਦੇ 'ਚੋਂ ਲੋਕਾਂ ਨੂੰ ਨਿਕਲਣਾ ਚਾਹੀਦਾ ਸੀ, ਜਿਹਦੇ 'ਚੋਂ ਇਨਸਾਨੀਅਤ ਪਸੰਦ ਬਣਨਾ ਚਾਹੀਦਾ ਸੀ, ਇਹਦੀ ਬਜਾਏ ਸਾਡੀ ਸਿਆਸਤ ਜਿਹੜੀ ਹੈ ਉਹ ਇੱਕ ਤਾਂ ਅੰਧ ਰਾਸ਼ਟਰਵਾਦ ਵੱਲ ਮੁੜ ਰਹੀ ਹੈ, ਕਿਉਂਕਿ ਹੁਕਮਰਾਨਾਂ ਕੋਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਹਦੇ ਕਰਕੇ ਫਿਰ ਉਹ ਆਪਣੀਆਂ ਸਰਕਾਰਾਂ ਕਾਇਮ ਕਰਨ ਦੇ ਵਾਸਤੇ ਲੋਕਾਂ ਨੂੰ ਮੁੜ ਕੇ ਉਹਨਾਂ ਪਾਸਿਆਂ ਵੱਲ ਮੋੜ ਰਹੇ ਨੇ, ਚਾਹੇ ਉਹ ਬਹੁਗਿਣਤੀਵਾਦ ਦਾ, ਚਾਹੇ ਅਮਰੀਕਾ 'ਚ ਨਸਲਵਾਦ ਹੋਵੇ, ਚਾਹੇ ਸਾਡੇ ਧਰਮਵਾਦ ਦਾ ਮਾਮਲਾ ਹੋਵੇ, ਸਾਡੇ ਜਿਹੜਾ ਚਾਹੇ
ਮੰਦਰ ਦਾ ਸਿਲਿਨਿਆਸ ਤੋਂ ਲੈ ਕੇ ਜੰਮੂ ਕਸ਼ਮੀਰ ਦੇ ਖਿਲਾਫ ਇੱਕ ਬਹੁਗਿਣਤੀ ਨੂੰ ਆਪਣੇ ਨਾਲ ਲਾਉਣ ਦਾ ਸਵਾਲ ਹੋਵੇ। ਅਲੱਗ-ਅਲੱਗ ਦੁਨੀਆ ਦੇ ਦੇਸ਼ਾਂ ਦੇ ਵਿੱਚ ਜਿਹੜੇ ਹੁਕਮਰਾਨ ਹੁਣ ਆ ਰਹੇ ਨੇ ਉਹ ਆਪਣੇ ਬਹੁਗਿਣਤੀ ਨੂੰ ਆਪਣੇ ਨਾਲ ਕਰਨ ਦੇ ਲਈ ਭਾਵਨਾਤਮਕ ਤੌਰ ਦੇ ਉੱਤੇ ਜੋੜਨ ਦੇ ਵਾਸਤੇ ਮੁੜ ਕੇ ਰਾਸ਼ਟਰਵਾਦ ਦਾ ਇੱਕ ਜਿਹੜਾ ਸੱਭਿਆਚਾਰਕ ਰਾਸ਼ਟਰਵਾਦ ਦਾ ਇੱਕ ਪੁਰਾਣਾ ਦਕੀਆਨੂਸੀ ਗੱਲ ਹੈ, ਜਿਹਤੋਂ ਲੋਕ ਅੱਗੇ ਜਾਣਾ ਚਾਹੁੰਦੇ ਸੀ, ਪਾਰ ਜਾਣਾ ਚਾਹੁੰਦੇ ਸੀ, ਉਧਰ ਲਿਜਾ ਰਹੇ ਨੇ। ਉਹਦੇ ਨਾਲ ਕੀ ਹੋ ਰਿਹਾ, ਉਹਦੇ ਨਾਲ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ। ਜਿਵੇਂ ਸਾਡਾ ਹੀ ਇਹ ਖਿੱਤਾ ਹੈ, ਮੰਨ ਲਓ ਸਾਡਾ ਚਾਈਨਾ ਨਾਲ ਟਕਰਾਅ ਹੈ, ਚਾਈਨਾ ਵੀ ਇਹੀ ਕਰ ਰਿਹਾ ਕਿ ਮੈਂ ਇਸ ਪਾਸੇ ਵੱਲ ਲੋਕ ਕਰਾਂ। ਸਾਡਾ ਪਾਕਿਸਤਾਨ ਨਾਲ ਟਕਰਾਅ, ਪਾਕਿਸਤਾਨ ਵੀ ਇਹ ਕਹਿ ਰਿਹਾ, ਉਹ ਵੀ ਫਸਿਆ ਬੈਠਾ ਹੈ, ਉਹ ਕਹਿੰਦਾ ਕਿ ਮੈਂ ਹਿੰਦੁਸਤਾਨ ਨਾਲ ਟਕਰਾਅ 'ਚੋਂ ਕੁਝ ਲੱਭਦਾ। ਹਾਲਾਂਕਿ ਕਈ ਚੀਜ਼ਾਂ ਦੋਨਾਂ ਦੇਸ਼ਾਂ ਨੂੰ ਇਹ ਪਤਾ ਹੈ, ਬੜੇ ਲੰਮੇ ਸਮੇਂ ਤੋਂ ਪਤਾ ਹੈ। ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਈ ਵਾਰ ਇੱਕ ਦੂਜੇ ਨਾਲ ਇਹ ਗੱਲ ਵੀ ਕਰਦੇ ਨੇ ਕਿ ਅਸੀਂ ਗੁਰਬਤ ਨਾਲ ਜੂਝ ਰਹੇ ਹਾਂ, ਅਸੀਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਾਂ, ਅਸੀਂ ਇਸ ਲੈਵਲ ਦੇ ਸੰਕਟਾਂ ਨਾਲ ਜੂਝ ਰਹੇ ਹਾਂ, ਸਾਡੇ ਤੋਂ ਲੜਾਈਆਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ, ਲੜਾਈਆਂ ਤੋਂ ਹਟਣਾ ਚਾਹੀਦਾ। ਦੂਜੀ ਇੱਕ ਹੋਰ ਵੱਡੀ ਦਲੀਲ ਇਹ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਜਦੋਂ 1945 'ਚ ਇਹ ਖਤਮ ਹੋ ਗਈ, ਦੁਨੀਆ ਭਰ ਦੇ ਵਿੱਚ ਕੋਈ ਇਹੋ ਜਿਹਾ ਦੇਸ਼ ਹੈ ਜਿਹਦੇ ਤੇ ਕਿਸੇ ਨੇ ਹਮਲਾ ਕਰਕੇ ਉਹਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੋਵੇ ਤੇ ਕਬਜ਼ੇ 'ਚ ਰੱਖ ਰਿਹਾ ਹੈ। ਸਗੋਂ ਦੇਸ਼ ਫਸ ਗਏ, ਕੋਈ ਦੇਸ਼ ਇਹੋ ਜਿਹਾ ਨਹੀਂ ਹੈ। ਕਿਉਂਕਿ ਜੇ ਇਰਾਕ 'ਚ ਅਮਰੀਕਾ ਗਿਆ, ਅਫਗਾਨਿਸਤਾਨ 'ਚ ਅਮਰੀਕਾ ਆਇਆ, ਸੀਰੀਆ 'ਚ ਅਮਰੀਕਾ ਨੇ ਦਖਲ ਦਿੱਤਾ, ਤਾਂ ਇਹ ਕਿਹਾ ਜਾ ਰਿਹਾ ਕਿ ਬਹੁਤ ਵੱਡੇ ਉੱਥੋਂ ਦੇ ਜਿਹੜੇ ਅਰਥ ਸ਼ਾਸਤਰੀ ਨੇ, ਨੋਬਲ ਇਨਾਮ ਜੇਤੂ ਜੋਸਫ ਸਟਿਗਲਿਟਸ, ਉਹਨਾਂ ਨੇ ਇਹ ਕਿਹਾ ਕਿ 3 ਟ੍ਰਿਲੀਅਨ ਡਾਲਰ 3 ਖਰਬ ਡਾਲਰ ਅਮਰੀਕਾ ਦਾ ਡੁੱਬਿਆ, ਇਹਨਾਂ ਉਹਦੇ 'ਤੇ ਖਰਚ ਹੋਇਆ ਇਹਨਾਂ ਜੰਗਾਂ 'ਚ। ਅਮਰੀਕਾ ਦੀ ਆਰਥਿਕ ਮੰਦੀ ਦਾ ਅਤੇ ਦੁਨੀਆ ਦੀ ਆਰਥਿਕ ਮੰਦੀ ਦਾ ਇਹ ਜੰਗਾਂ ਨੇ ਦਾ ਬਹੁਤ ਵੱਡੀ ਭੂਮਿਕਾ ਇਸ ਮਾਮਲੇ ਦੇ ਵਿੱਚ ਕਿ ਅਸੀਂ ਉਸ ਪਾਸੇ ਨਹੀਂ ਤੁਰ ਰਹੇ। ਇਸੇ ਕਰਕੇ ਔਰ ਜੇ ਭਾਰਤ ਤੇ ਪਾਕਿਸਤਾਨ ਨੇ ਕਿੰਨੀਆਂ ਜੰਗਾਂ ਲੜ ਲਈਆਂ, ਜੰਗ ਲੜਨ ਤੋਂ ਬਾਅਦ ਕੀ ਹੁੰਦਾ ਕਿ ਲੱਖਾਂ ਹਜ਼ਾਰਾਂ ਜਿਹੜੇ ਸੈਂਕੜੇ ਬੰਦੇ ਮਰਦੇ ਨੇ, ਜਿਹੜੇ ਲੋਕਾਂ ਦੇ ਰੋਜੀ ਰੋਟੀ ਲਈ ਵਿਚਾਰੇ ਭਰਤੀ ਹੋਏ ਪੁੱਤ ਨੇ ਮਾਵਾਂ ਦੇ, ਔਰ ਹਜ਼ਾਰਾਂ ਲੱਖਾਂ ਕਰੋੜਾਂ ਦੀ ਜਾਇਦਾਦ ਤਬਾਹ ਹੁੰਦੀ ਹੈ, ਕਿੰਨਿਆਂ ਦਾ ਰੁਜ਼ਗਾਰ ਚਲਾ ਜਾਂਦਾ ਹੈ। ਫਿਰ ਕਹਿੰਦੇ ਨੇ ਚਲੋ ਸੀਜ਼ ਫਾਇਰ, ਹੁਣ ਆਪਸ 'ਚ ਉੱਥੇ ਦੀ ਉੱਥੇ ਚਲੇ ਜਾਓ। ਜਦ ਜੰਗ ਹੁਣ ਫੈਸਲਾ ਕੁੰਨ ਭੂਮਿਕਾ 'ਚ ਨਹੀਂ ਰਹੀ, ਤਾਂ ਫਿਰ ਵੀ ਐਡੇ ਵੱਡੇ ਪੱਧਰ 'ਤੇ ਮਾਰੂ ਹਥਿਆਰ ਬਣਾਉਣੇ, ਐਡੇ ਵੱਡੇ ਪੱਧਰ 'ਤੇ ਉਹਨਾਂ 'ਤੇ ਖਰਚਾ ਕਰਨਾ, ਉਹ ਮਿਲਟਰੀ ਬਜਟ 'ਤੇ ਜ਼ਿਆਦਾ ਖਰਚਾ ਕਰਨਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲੋਂ। ਕੋਈ ਦੇਸ਼ ਆਉਣ ਵਾਲੇ ਸਮੇਂ 'ਚ ਸੁਪਰ ਪਾਵਰ ਦਾ ਜਿਹੜਾ ਕਨਸੈਪਟ ਹੈ, ਅਮਰੀਕਾ ਦੇ ਇੱਕ ਵੱਡੇ ਜਿਹੜੇ 90 ਸਾਲ ਤੋਂ ਉੱਪਰ ਦੇ ਬਹੁਤ ਵੱਡੇ ਪੋਲੀਟੀਕਲ ਐਨਾਲਿਸਟ ਨੇ, ਨੋਮ ਚੋਮਸਕੀ, ਉਹ ਕਹਿੰਦੇ ਨੇ ਮਹਾਸ਼ਕਤੀਵਾਦ ਦੀ ਜਿਹੜੀ ਲਲਕ ਹੈ ਇਹ ਸਭ ਤੋਂ ਖਤਰਨਾਕ ਹੈ। ਇਹ ਕ੍ਰਾਈਮ, ਇਹ ਅੱਤਵਾਦੀ ਦੇਸ਼ ਪੈਦਾ ਕਰਦੀ ਹੈ ਜਿਹਨੂੰ ਸਟੇਟ ਟੈਰਰਿਜ਼ਮ ਕਹਿੰਦੇ ਆ, ਤੇ ਇਹ ਮੋੜਵੇਂ ਰੂਪ ਦੇ ਵਿੱਚ ਫਿਰ ਦੂਜੇ ਅੱਤਵਾਦ ਨੂੰ ਵੀ ਪੈਦਾ ਕਰਦੀ ਹੈ ਜਿਹੜਾ ਨਿੱਜੀ ਅੱਤਵਾਦ ਹੁੰਦਾ ਹੈ। ਇਸ ਕਰਕੇ ਜਿੰਨਾ ਚਿਰ ਇਹ ਲਲਕ ਦੂਰ ਨਹੀਂ ਹੁੰਦੀ, ਉਨਾ ਚਿਰ ਜੰਗਾਂ ਵੀ ਨਹੀਂ ਹਟਣੀਆਂ, ਉਨਾ ਚਿਰ ਅੱਤਵਾਦ ਵੀ ਨਹੀਂ ਦੂਰ ਹੁੰਦਾ। ਇਸ ਕਰਕੇ ਇੱਕ ਸਮਾਜ ਨੂੰ ਸਰਬੱਤ ਦੇ ਭਲੇ ਵਾਸਤੇ ਬਿਹਤਰ ਪਾਸੇ ਤੋਰਨ ਦੇ ਬਜਾਏ ਦੁਨੀਆ ਪੱਧਰ 'ਤੇ ਇੱਕ ਬਹੁਤ ਵੱਡੀ ਲੋਕ ਰਾਏ ਦੀ ਲੋੜ ਹੈ, ਜਿਹੜੀ ਲੋਕ ਰਾਏ ਇਹ ਕਹੇ ਕਿ ਅਸੀਂ ਖੁਸ਼ਹਾਲੀ ਨਾਲ, ਸ਼ਾਂਤੀ ਦਾ ਨਾਲ, ਮਨੁੱਖੀ ਅਧਿਕਾਰਾਂ ਦੀ ਕਦਰ ਕਰਕੇ, ਲੋਕਾਂ ਦੀ ਨੂੰ ਪਾਵਰ ਦੇ ਕੇ, ਲੋਕਾਂ ਦੇ ਹੱਥ ਦੇ ਵਿੱਚ ਫੈਸਲਾ ਕਰਨ ਤਾਕਤ ਦੇ ਕੇ ਇੱਕ ਜ਼ਿੰਦਗੀ ਬਿਹਤਰ ਜਿਉਣਾ ਚਾਹੁੰਦੇ ਆ। ਤੇ ਜਿਹੜੇ ਹੁਕਮਰਾਨ ਲੋਕਾਂ ਨੂੰ ਡਰਾ ਧਮਕਾ ਕੇ ਤੇ ਮਾਰੂ ਸਮਾਨ ਤਿਆਰ ਕਰ ਰਹੇ ਨੇ, ਉਹਨਾਂ ਦੇ ਖਿਲਾਫ ਇੱਕ ਬੜੀ ਵੱਡੀ ਜਦੋਜਹਿਦ ਦਾ ਸਵਾਲ ਹੈ। 122 ਮੁਲਕਾਂ ਨੇ ਦੁਨੀਆ ਦਿਆਂ ਨੇ ਇਹ ਪਰਮਾਣੂ ਹਥਿਆਰਾਂ 'ਤੇ ਰੋਕ ਲਾਉਣ ਦੀ ਇੱਕ ਸੰਧੀ 'ਤੇ ਦਸਤਖਤ ਕੀਤੇ ਨੇ ਪਿਛਲੀ ਸਾਲ ਜੁਲਾਈ ਦੇ ਵਿੱਚ। ਉਹ ਦੂਜੇ ਦੇਸ਼ਾਂ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਵੀ ਕਰੋ, ਪਰ ਜਿਨ੍ਹਾਂ 6 ਦੇਸ਼ਾਂ ਕੋਲ, ਭਾਰਤ, ਪਾਕਿਸਤਾਨ, ਅਮਰੀਕਾ, ਚੀਨ ਤੇ ਸਮੇਤ ਜਿਨ੍ਹਾਂ 10 ਦੇਸ਼ਾਂ ਦੇ ਕੋਲ ਪਰਮਾਣੂ ਹਥਿਆਰ ਨੇ, ਉਹ ਮੰਨਣ ਲਈ ਤਿਆਰ ਨਹੀਂ ਹੈ। ਜਦੋਂ ਬਾਕੀ ਦੇ ਟੋਟਲ ਦੇਸ਼ ਇੱਕ ਇਸ ਲੈਵਲ 'ਤੇ ਗੱਲ ਕਰਨਗੇ। ਔਰ ਇੱਕ ਹੋਰ ਖਤਰਨਾਕ ਗੱਲ ਆ ਰਹੀ ਹੈ, ਰੂਸ ਤੇ ਅਮਰੀਕਾ ਦੇ ਦੌਰਾਨ ਇੱਕ ਸੰਧੀ ਸੀ ਫਰਵਰੀ 2021 ਦੇ ਵਿੱਚ, ਉਹ ਖਤਮ ਹੋਣ ਜਾ ਰਹੀ ਹੈ ਕਿ ਸਟ੍ਰੈਟਜੀਕਲੀ, ਰਣਨੀਤਿਕ ਤੌਰ 'ਤੇ ਉਹ ਇੱਕ ਦੂਜੇ 'ਤੇ ਉਹ ਪਰਮਾਣੂ ਹਥਿਆਰਾਂ ਦਾ ਹਮਲਾ ਨਾ ਕਰਨ ਦਾ ਫੈਸਲਾ ਸੀ। ਔਰ ਉਹਨੂੰ ਨਵਿਆਉਣ ਦੀ ਗੱਲ UNO ਲੈਵਲ 'ਤੇ ਹੋ ਰਹੀ ਹੈ, ਪਰ UNO ਇੰਨੀ ਕਮਜ਼ੋਰ ਹੋ ਚੁੱਕੀ ਹੈ, ਵੀਟੋ ਪਾਵਰ ਹੈ ਦੇਸ਼ਾਂ ਦੇ ਕੋਲ, ਔਰ ਇਹਨੂੰ ਮੁੜ ਵਿਉਂਤਣ ਦਾ ਸਵਾਲ ਹੈ ਵੀ UNO ਨੂੰ ਵੀ ਡੈਮੋਕ੍ਰੇਟਾਈਜ਼ ਕਰਨ ਦਾ ਸਵਾਲ ਹੈ, ਹੋਰ ਜ਼ਿਆਦਾ ਜਮਹੂਰੀ ਕਰਨ ਦਾ ਸਵਾਲ ਹੈ, ਤਾਂ ਕਿ ਸਮੁੱਚੀ ਦੁਨੀਆ ਦੀ ਰਾਏ ਉਹਦੇ ਪ੍ਰਗਟ ਹੋਵੇ ਉਹਦੇ ਰਾਹੀਂ, ਨਾ ਕਿ ਉਹ ਅਮਰੀਕਾ ਦੀ ਜਾਂ ਬਾਕੀ ਦੀ ਕਠਪੁਤਲੀ ਬਣੀ ਰਹੇ। ਇਸ ਲਈ ਦੁਨੀਆ ਨੂੰ ਇੱਕ ਨਵੇਂ ਦਿਸ਼ਾ ਦੀ ਲੋੜ ਹੈ, ਨਵੇਂ ਪ੍ਰੋਗਰਾਮ ਦੀ ਲੋੜ ਹੈ। ਜਿਹੜੇ ਮੌਜੂਦਾ ਲੀਡਰਸ਼ਿਪ ਹੈ ਟਰੰਪ ਸਮੇਤ ਵੱਖ-ਵੱਖ ਦੇਸ਼ਾਂ ਦੀ, ਉਹਦੇ ਹਾਣ ਦੀ ਨਹੀਂ ਬਣ ਪਾ ਰਹੀ, ਉਹ ਬਹੁਤ ਛੋਟੀ ਲੀਡਰਸ਼ਿਪ ਹੈ। ਔਰ ਲੀਡਰਸ਼ਿਪ ਇੱਕ ਵੱਡੇ
ਜਿਹੜਾ ਫਿਊਚਰ ਹੈ, ਭਵਿੱਖ ਹੈ, ਜਦੋਂ ਅੰਤਰਨਿਰਭਰ ਦੁਨੀਆ ਦੇ ਵਿੱਚ ਇੱਕ ਗਲੋਬਲ ਲੈਵਲ ਦੇ ਸੋਚ ਪ੍ਰਣਾਲੀ ਦੀ ਲੋੜ ਹੈ, ਜਿਹੜੀ ਸਰਬੱਤ ਦੇ ਭਲੇ 'ਚੋਂ ਨਿਕਲ ਸਕਦੀ ਹੈ, ਜਿਹੜੀ ਸਾਰੀ ਦੁਨੀਆ ਨੂੰ ਦੇਸ਼ਾਂ ਦੇ ਅੰਤਰਰਾਸ਼ਟਰ ਦੀ ਬਜਾਏ ਮਨੁੱਖਤਾਵਾਦੀ ਅਪਰੋਚ 'ਚੋਂ ਨਿਕਲ ਸਕਦੀ ਹੈ, ਜਿਹੜੀ ਕੁਦਰਤ ਦਾ ਵੀ ਸ਼ੋਸ਼ਣ ਕਰਨਾ ਬੰਦ ਕਰੇ ਅਤੇ ਮਨੁੱਖ ਦਾ ਵੀ ਸ਼ੋਸ਼ਣ ਕਰਨਾ ਬੰਦ ਕਰੇ। ਇਹੀ ਦਿਸ਼ਾ, ਇਹ ਮੈਸੇਜ ਹੈ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਦਾ। ਇੰਨੇ 75 ਸਾਲ ਹੋ ਚੁੱਕੇ ਨੇ, ਘੱਟੋ ਘੱਟ 75ਵੇਂ ਸਾਲ ਹੀ ਇੱਕ ਮੋੜਾ ਪੈ ਜੇ ਤਾਂ ਸ਼ਾਇਦ ਦੁਨੀਆ ਠੀਕ ਪਾਸੇ ਵੱਲ ਚਲੀ ਜਾਵੇ। ਇਹ ਸੀ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਜੰਗਾਂ ਦੇ ਵਿੱਚ ਕੁਝ ਨਹੀਂ ਰੱਖਿਆ। ਇਸ 'ਚ ਦੇਸ਼ ਦੇ ਜਿਹੜੇ ਸੈਂਕੜੇ ਨੌਜਵਾਨ ਮੌਤ ਦੀ ਘਾਟ ਉਤਰਦੇ ਨੇ ਅਤੇ ਦੇਸ਼ ਦੇ ਸੈਂਕੜੇ ਜਿਹੜੇ ਨੌਜਵਾਨ ਬੇਰੁਜ਼ਗਾਰ ਹੋ ਜਾਂਦੇ ਨੇ। ਸਾਡੀ ਅਨੇਕ ਕਰੋੜਾਂ ਰੁਪਏ ਦੀ ਅਰਥ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਇਸ ਲਈ ਸਾਨੂੰ ਜਿਹੜਾ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦੀ ਲੋੜ ਹੈਗੀ ਹੈ, ਇਸ 'ਤੇ ਸਭ ਨੂੰ ਵਿਚਾਰ ਕਰਨ ਦੀ ਲੋੜ ਹੈ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।